ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਮਨਸਾ ਮਨਹਿ ਸਮਾਏ ਲੇ ਭੋਜਲ ਸੱਚ ਤਰਣਾ। ਮਨਸਾ ਕਹੀਏ ਇੱਛਾ ਮਨ ਦਾ ਫੁਰਨਾ, ਭਾਵ ਲੋਕ ਵਾਸ਼ਨਾ, ਦੇਹ ਵਾਸ਼ਨਾ, ਸ਼ਾਸਤਰ ਵਾਸ਼ਨਾ ਆਦਿ ਇਹ ਸਾਰੀਆਂ ਨੂੰ ਮਨਹਿ ਮਨ ਵਿੱਚ ਹੀ ਸਮਾਏ ਲੇ ਲੀਨ ਭਾਵ ਅਭੇਦ ਕਰਕੇ ਅਤੇ ਨਾਮ ਰੂਪੀ ਜਹਾਜ਼ 'ਤੇ ਚੜ੍ਹ ਕੇ ਸੰਸਾਰ ਸਮੁੰਦਰ ਤੋਂ ਸੱਚ ਨਿਸ਼ਚੇ ਕਰਕੇ ਤਰਨਾ ਹੁੰਦਾ ਹੈ। ਮਨਸਾ ਕਹੀਏ ਵਾਸ਼ਨਾਵਾਂ ਹਿਰਦੇ ਵਿੱਚ ਰੋਕ ਕੇ ਜੰਮਣ ਮਰਨ ਦੇ ਭੈ ਰੂਪ ਜਲ ਨਾਲ ਭਰੇ ਸੰਸਾਰ ਸਮੁੰਦਰ ਤੋਂ ਸੱਚ ਰਾਹੀਂ ਤਰਨਾ ਹੁੰਦਾ ਹੈ। ਆਦ ਜੁਗਾਦ ਦਇਆਲ ਤੂੰ ਠਾਕੁਰ ਤੇਰੀ ਸਰਣਾ। ਹੇ ਸ੍ਰਿਸ਼ਟੀ ਦੇ ਆਦ ਮੁੱਢ ਸਰੂਪ ਪਰਮੇਸ਼ਰ ਵਾਹਿਗੁਰੂ, ਤੁਸੀਂ ਹੀ ਆਦ ਜੁਗਾਦ ਸਤਜੁਗ ਤ੍ਰੇਤਾ ਦੁਆਪਰ ਤੇ ਕਲਯੁਗ ਆਦਿਕ ਯੁੱਗਾਂ ਵਿੱਚ ਦਿਆਲਤਾ ਦੇ ਘਰ ਹੋ। ਇਸੇ ਕਰਕੇ ਠਾਕੁਰ ਸੁਆਮੀ ਮਾਲਕ ਮੈਂ ਤੁਹਾਡੀ ਸ਼ਰਣਾ ਓਟ ਵਿੱਚ ਆਇਆ ਹਾਂ। ਤੂੰ ਦਾਤੋ ਹਮ ਜਾਚਕਾ ਹਰ ਦਰਸ਼ਨ ਦੀਜੈ। ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਜੁਗਾਂ ਜੁਗਾਂ ਵਿੱਚ ਦਾਤੋ ਕਹੀਏ ਦਾਤਾਂ ਦੇਣ ਵਾਲੇ ਦਾਤੇ, ਅਤੇ ਅਸੀਂ ਹਮ ਕਹੀਏ ਅਸੀਂ ਤੇਰੇ ਦਰ ਦੇ ਮੰਗਤੇ ਹਾਂ। ਹੇ ਹਰ ਵਾਹਿਗੁਰੂ, ਆਪ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਆਪਣੇ ਦਰਸ਼ਨ ਦੀਦਾਰ ਦੇਣਾ ਕਰੋ। ਅਗਲੀ ਤੁਕ ਵਿੱਚ ਸਤਿਗੁਰੂ ਜੀ ਦਰਸ਼ਨਾਂ ਦੀ ਜੁਗਤੀ ਦੱਸਦੇ ਹਨ। ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ ਰਹਾਉ। ਹੇ ਭਾਈ, ਗੁਰਮੁਖਾਂ ਦੀ ਸੰਗਤ ਕਰਕੇ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰ, ਤਾਂ ਤੇਰਾ ਮਨ ਅੰਤਸ਼ਕਰਨ ਰੂਪੀ ਮੰਦਰ ਘਰ ਵਾਹਿਗੁਰੂ ਦੇ ਪ੍ਰੇਮ ਰਸ ਵਿੱਚ ਭਿੱਜ ਜਾਵੇਗਾ। ਜੋ ਮਨ ਦੇ ਅੰਦਰ ਜੋ ਸ਼੍ਰੋਮਣੀ ਪਰਮੇਸ਼ਰ ਹੈ, ਉਸ ਅਧਿਸ਼ਠਾਨ ਸਰੂਪ ਵਿੱਚ ਮਨ ਭਿੱਜ ਜਾਵੇਗਾ। ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ। ਕੂੜਾ ਲਾਲਚ ਛੋਡੀਐ ਤਉ ਸਾਚ ਪਛਾਣੈ। ਹੇ ਭਾਈ, ਝੂਠੇ ਪਦਾਰਥਾਂ ਦੇ ਲਾਲਚ ਲੋਭ ਨੂੰ ਤਿਆਗਣਾ ਕਰ, ਤਉ ਕਹੀਏ ਤਾਂ ਹੀ ਫਿਰ ਤੈਨੂੰ ਸੱਚ ਸਰੂਪ ਦੀ ਪਹਿਚਾਣ ਹੋਵੇਗੀ। ਤਾਂ ਫਿਰ ਸੱਚਾ ਪਰਮੇਸ਼ਰ ਪਛਾਣ ਲੈਂਦਾ ਹੈ ਕਿ ਇਸ ਨੇ ਅੰਦਰੋਂ ਝੂਠੇ ਪਦਾਰਥਾਂ ਦਾ ਲਾਲਚ ਛੱਡ ਦਿੱਤਾ ਹੈ। ਹੁਣ ਇਹ ਮੇਰੀ ਪ੍ਰਾਪਤੀ ਦੇ ਲਾਇਕ ਬਣ ਗਿਆ। ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ। ਗੁਰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋਣਾ ਕਰ, ਤਾਂ ਤੂੰ ਪਰਮਾਰਥ ਆਤਮਿਕ ਗਿਆਨ ਪਰਮ ਅਰਥ ਵੱਡੇ ਉੱਤਮ ਪਦਾਰਥ ਭਾਵ ਮੁਕਤੀ ਰੂਪ ਪਦਾਰਥ ਨੂੰ ਜਾਣ ਲਵੇਂਗਾ। ਜਦੋਂ ਗੁਰਾਂ ਦੇ ਸ਼ਬਦ ਦੀ ਕਮਾਈ ਵਿੱਚ ਮਸਤ ਹੋ ਕੇ ਸਮਾ ਜਾਵੇਂਗਾ, ਤਾਂ ਪਰਮਾਰਥ ਸਿਧਾਂਤ ਭਾਵ ਤਤ ਸਰੂਪ ਦੇ ਗਿਆਨ ਨੂੰ ਜਾਣ ਲਵੇਂਗਾ। ਇਹ ਮਨ ਰਾਜਾ ਲੋਭੀਆ ਲੁਭਤੋ ਲੋਭਾਈ। ਇਹ ਮਾਇਆ ਦਾ ਲੋਭੀਆ ਲਾਲਚੀ ਮਨ ਚਿੱਤ ਸਰੀਰ ਰੂਪੀ ਨਗਰ ਦਾ ਰਾਜਾ ਬਣਿਆ ਬੈਠਾ ਹੈ, ਅਤੇ ਲੁਭ ਤੋਂ ਲੋਭਿਤ ਕਰਨ ਵਾਲੇ ਮਾਇਕੀ ਪਦਾਰਥਾਂ ਦਾ ਲੋਭਾਈ ਕਹੀਏ ਲਲਚਾਹੀ ਭਾਵ ਲਲਚਾਇਆ ਹੋਇਆ ਰਹਿੰਦਾ। ਮਨ ਰਾਜਿਆਂ ਦਾ ਰਾਜਾ ਚੱਕਰਵਰਤੀ ਬਾਦਸ਼ਾਹ ਬਣਿਆ ਬੈਠਾ ਹੈ। ਇੰਦਰੀਏ ਸਿਪਾਹੀ ਦੀ ਨਿਆਈ ਹਨ, ਬਿਰਤੀਆਂ ਰਾਣੀਆਂ ਦੀ ਨਿਆਈ ਹਨ, ਅਤੇ ਮਨ ਦੇ ਸੰਸਾਰਕ ਜਿਹੜੇ ਸੰਸਕਾਰ ਵਜ਼ੀਰ ਦੀ ਨਿਆਈ ਆ। ਇਸ ਪ੍ਰਕਾਰ ਝੂਠੇ ਪਦਾਰਥਾਂ ਵਿੱਚ ਲੁਭਾਏਮਨ ਹੋ ਕੇ ਰਾਤ ਦਿਨ ਹੀ ਬਿਰਤੀ ਦੇਖਣ ਸੁਣਨ ਅਤੇ ਸੁੰਘਣ ਦੇ ਲੁਭਾਈ ਲਾਲਚ ਵਿੱਚ ਆ ਰਹੀ ਆ। ਜਿਵੇਂ ਭੌਰੇ ਫੁੱਲਾਂ ਦੀ ਸੁਗੰਧੀ ਲੈਂਦੇ ਹੋਏ ਉਸ ਵਿੱਚ ਹੀ ਮਿਚ ਕੇ ਮਰ ਜਾਂਦੇ ਆ, ਅਤੇ ਮਿੱਠੇ ਦੇ ਲੋਭ ਵਿੱਚ ਮੱਖੀ ਵਿੱਚੇ ਹੀ ਖੰਭ ਫਸਾ ਕੇ ਮਰ ਜਾਂਦੀ ਆ। ਇਸੇ ਪ੍ਰਕਾਰ ਵਿਸ਼ੇ ਸਲਾਬੇ ਹੋਏ ਗੁੜ ਦੀ ਨਿਆਈ ਹਨ। ਜੀਵ ਬਿਦ ਨਿਖੇਧ ਕਰਮਾਂ ਨੂੰ ਕਰਦਾ ਹੋਇਆ ਇਹਨਾਂ ਵਿਸ਼ਿਆਂ ਦੇ ਲੋਭ ਵਿੱਚ ਲੁਭਾਏਮਨ ਹੋ ਕੇ ਵਿੱਚੇ ਹੀ ਨਾਸ਼ ਹੋ ਜਾਂਦਾ। ਗੁਰਮੁਖ ਲੋਭ ਨਿਵਾਰੀਐ ਹਰ ਸਿਉ ਬਣ ਆਈ।
ਗੁਰਮੁਖਾਂ ਦੀ ਸੰਗਤ ਕਰਕੇ ਮਾਇਕੀ ਪਦਾਰਥਾਂ ਦੇ ਲੋਭ ਲਾਲਚ ਦੀ ਨਿਵਰਤੀ ਕਰੀਦੀ ਹੈ। ਨਿਵਰਤੀ ਕਰਨੇ ਕਰਕੇ ਵਾਹਿਗੁਰੂ ਨਾਲ ਪ੍ਰੀਤੀ ਬਣ ਆਈ ਕੀ ਆਉਂਦੀ ਹੈ। ਕੱਲਰ ਖੇਤੀ ਬੀਜੀਐ ਕਿਉ ਲਾਹਾ ਪਾਵੈ। ਹੇ ਭਾਈ, ਜੇਕਰ ਕੱਲਰ ਰੇਹੀ ਵਾਲੀ ਖੇਤੀ ਪੈਲੀ ਜ਼ਮੀਨ ਵਿੱਚ ਜਾ ਕੇ ਬੀਜ ਬੀਜਣਾ ਕਰੀਏ ਤਾਂ ਕਿਵੇਂ ਲਾਭ ਪ੍ਰਾਪਤ ਹੋ ਸਕਦਾ। ਭਾਵ ਲਾਹਾ ਤਾਂ ਕੀ, ਬੀਜਿਆ ਬੀਜ ਵੀ ਵਿਅਰਥ ਚਲਾ ਜਾਵੇਗਾ। ਇਸੇ ਪ੍ਰਕਾਰ ਕੱਲਰ ਜ਼ਮੀਨ ਦੀ ਨਿਆਈ ਨਿਸ਼ਰਦਕ ਆਦਮੀ ਹੈ, ਜਿਸ ਦੀ ਸ਼ਰਧਾ ਰੂਪ ਜ਼ਮੀਨ ਚੰਗੀ ਨਹੀਂ ਹੈ। ਭਾਵ ਜਿਸ ਦੇ ਅੰਦਰ ਪਾਪਾਂ ਰੂਪੀ ਕੱਲਰ ਜੰਮਿਆ ਹੋਇਆ, ਉਸ ਦੇ ਹਿਰਦੇ ਅੰਦਰ ਜੇਕਰ ਗੁਰਾਂ ਦਾ ਉਪਦੇਸ਼ ਰੂਪੀ ਬੀਜ ਬੀਜਣਾ ਕਰੀਏ, ਭਾਵ ਸ਼ਰਵਣ ਗਿਆਨ ਕਰਾਈਏ, ਉਹ ਕਿਉਂ ਕਿਸ ਪ੍ਰਕਾਰ ਸ਼ਰਧਾ ਰੂਪੀ ਖੇਤੀ ਵਿੱਚੋਂ 1000 ਗੁਣਾ ਸਰੂਪ ਦਾ ਫਲ ਬ੍ਰਹਮਾਨੰਦ ਰੂਪੀ ਲਾਭ ਪ੍ਰਾਪਤ ਕਰ ਸਕਦਾ, ਭਾਵ ਨਹੀਂ ਪਾ ਸਕਦਾ। ਮਨਮੁਖ ਸੱਚ ਨ ਭੀਜਈ ਕੂੜ ਕੂੜ ਗਡਾਵੈ। ਮਨਮੁਖਾਂ ਦਾ ਮਨ ਵਿਕਾਰਾਂ ਵਿੱਚ ਲੱਗਣ ਕਰਕੇ ਸੱਚੇ ਵਾਹਿਗੁਰੂ ਦੇ ਨਾਮ ਵਿੱਚ ਭਿੱਜਦਾ ਨਹੀਂ ਹੈ। ਉਹ ਝੂਠ ਬੋਲਣ ਵਾਲੇ ਪੁਰਸ਼ ਝੂਠ ਵਿੱਚ ਹੀ ਗਡਾਵੈ ਗੱਡੇ ਭਾਵ ਮਿਲੇ ਰਹਿੰਦੇ। ਜਿਵੇਂ ਕਾਂ ਵਿਸ਼ਟਾ ਖਾ ਕੇ ਖੁਸ਼ ਹੁੰਦੇ, ਇਵੇਂ ਝੂਠ ਬੋਲ ਕੇ ਝੂਠੇ ਪਦਾਰਥਾਂ ਵਿੱਚ ਆਪਣੇ ਚਿੱਤ ਨੂੰ ਗਡਾਵੈ ਕੀਏ ਗੱਡ ਦੇ ਭਾਵ ਲਾਉਂਦੇ ਹਨ। ਲਾਲਚ ਛੋਡੋ ਅੰਧ ਹੋ ਲਾਲਚ ਦੁਖ ਭਾਰੀ। ਹੇ ਅੰਨੇ ਅਗਿਆਨੀ ਜੀਵੋ, ਲਾਲਚ ਪਦਾਰਥਾਂ ਦੇ ਲਾਲਚ ਲੋਭ ਨੂੰ ਤਿਆਗ ਦਿਓ, ਛੱਡ ਦਿਓ। ਇਹਨਾਂ ਮਾਇਕੀ ਪਦਾਰਥਾਂ ਦੀ ਲਾਲਸਾ ਦਾ ਭਾਰੀ ਵੱਡਾ ਮਹਾਂ ਦੁੱਖ ਕਸ਼ਟ ਹੈ। ਸਾਚੋ ਸਾਹਿਬ ਮਨ ਵਸੈ ਹਉਮੈ ਬਿਖ ਮਾਰੀ। ਜਦੋਂ ਸੱਚੇ ਵਾਹਿਗੁਰੂ ਮਾਲਕ ਪਰਮੇਸ਼ਰ ਦਾ ਨਾਮ ਗੁਰਾਂ ਦੁਆਰਾ ਮਨ ਵਿੱਚ ਵਸ ਜਾਂਦਾ ਹੈ, ਤਦੋਂ ਫਿਰ ਹਉਮੈ ਹੰਗਤਾ ਮਮਤਾ ਤੇ ਵਿਸ਼ਿਆਂ ਰੂਪੀ ਜ਼ਹਿਰ ਨੂੰ ਮਾਰੀ ਨਾਸ਼ ਹੋ ਜਾਂਦੀ ਹੈ। ਦੁਬਿਧਾ ਛੋੜ ਕੁਵਾਟੜੀ ਮੂਸੋ ਗੇ ਭਾਈ। ਹੇ ਭਾਈ, ਦੁਬਿਧਾ ਦਵੈਤ ਭਾਵ ਦੁਚਿੱਤੇ ਪੁਣੇ ਵਾਲੀ ਕੁਵਾਟੜੀ ਨਿੰਦਤ ਭਾਵ ਭੈੜੀ ਵਾਟ ਨੂੰ ਤਿਆਗ ਦੇਣਾ ਕਰੋ। ਇਹ ਜੂਨਾਂ ਦੀ ਕੋ ਨਾਮ ਖੋਟੀ ਵਾਟ ਨਾਮ ਟੇਢੀਆਂ ਜੂਨਾਂ ਵਿੱਚ ਭਰਮਾਉਣ ਵਾਲੀ ਹੈ। ਇਸ ਦੁਚਿੱਤੇ ਪੁਣੇ ਨੂੰ ਛੱਡਣਾ ਕਰੋ, ਕਿਉਂਕਿ ਇਸ ਵਾਸਤੇ ਉੱਪਰ ਚੱਲ ਕੇ ਕਾਮ ਆਦਿਕਾਂ ਦੁਆਰਾ ਮੂਸੋ ਗੇ ਲੁੱਟੇ ਜਾਵੋਗੇ। ਅਹਨਿਸ ਨਾਮ ਸਲਾਹੀਐ ਸਤਿਗੁਰ ਸਰਣਾਈ। ਸਤਿਗੁਰਾਂ ਦੀ ਸਰਣਾਈ ਓਟ ਗ੍ਰਹਿਣ ਕਰਕੇ ਅਹਨਿਸ ਰਾਤ ਦਿਨੇ ਵਾਹਿਗੁਰੂ ਨਾਮ ਨੂੰ ਸਲਾਹੁਣਾ ਕਰੋ। ਮਨਮੁਖ ਪੱਥਰ ਸੈਲ ਹੈ ਧ੍ਰਿਗ ਜੀਵਨ ਫੀਕਾ। ਮਨਮੁਖ ਪੁਰਸ਼ ਦਾ ਹਿਰਦਾ ਪੱਥਰ ਦੀ ਸੈਲ ਸਿਲਾ ਦੀ ਨਿਆਈ ਖੁਸ਼ਕ ਅਤੇ ਭਾਰੀ ਹੈ, ਅਤੇ ਉਸ ਦਾ ਜੋ ਜੀਵਣਾ ਹੈ ਉਹ ਵੀ ਧ੍ਰਿਗ ਧ੍ਰਿਕਾਰ ਹੈ। ਸਦਾ ਹੀ ਫੀਕਾ ਬੇਰਸ ਵਾਲੇ ਬਚਨ ਬੋਲਦਾ ਹੈ। ਉਸ ਦਾ ਮਨ ਤਨ ਫਿੱਕਾ ਤੇ ਜੀਵਨ ਵਿਸ਼ਿਆਂ ਰੂਪੀ ਫਿੱਕੇ ਰਸ ਵਿੱਚ ਫਸਣੇ ਕਰਕੇ ਧ੍ਰਿਕਾਰ ਜੋਗ ਹੈ। ਜਲ ਮਹਿ ਕੇਤਾ ਰਾਖੀਐ ਅਬ ਅੰਤਰ ਸੂਕਾ। ਪੱਥਰ ਨੂੰ ਪਾਣੀ ਵਿੱਚ ਕਿੰਨਾ ਕੁ ਚਿਰ ਰੱਖ ਛੱਡੀਏ ਤਾਂ ਵੀ ਉਹ ਅੰਦਰੋਂ ਸੁੱਕਾ ਖੁਸ਼ਕ ਹੀ ਰਹਿੰਦਾ ਹੈ। ਜੇਕਰ ਪੱਥਰ 'ਤੇ ਪੱਥਰ ਮਾਰੀਏ ਤਾਂ ਉਸ ਦੇ ਅੰਦਰੋਂ ਅੱਗ ਦੇ ਚਿੰਗਿਆੜੇ ਹੀ ਨਿਕਲਦੇ। ਇਸੇ ਤਰ੍ਹਾਂ ਮੂਰਖ ਪੁਰਖ ਨੂੰ ਭਾਵੇਂ ਸ਼ਾਸਤਰ ਗਿਆਨ ਰੂਪੀ ਪਾਣੀ ਵਿੱਚ ਕਿੰਨਾ ਵੀ ਰੱਖ ਲਈਏ, ਉਸ ਦਾ ਅਬ ਕਹੀਏ ਹਿਰਦਾ ਅੰਦਰੋਂ ਤਾਂ ਸੁੱਕਾ ਭਾਵ ਖੁਸ਼ਕ ਹੀ ਰਹਿੰਦਾ। ਭਾਵ ਅੰਦਰੋਂ ਤਾਂ ਈਰਖਾ ਰੂਪੀ ਅੱਗ ਹੀ ਨਿਕਲੇਗੀ। ਹਰ ਕਾ ਨਾਮ ਨਿਧਾਨ ਹੈ ਪੂਰੈ ਗੁਰ ਦੀਆ। ਹੇ ਭਾਈ, ਹਰੀ ਵਾਹਿਗੁਰੂ ਦਾ ਅੰਮ੍ਰਿਤ ਨਾਮ ਤਾਂ ਨਿਧੀਆਂ ਦਾ ਸ਼ੁਭ ਗੁਣਾਂ ਦਾ ਨਿਧਾਨ ਖਜ਼ਾਨਾ ਹੈ। ਇਹ ਪੂਰੈ ਪੂਰਨ ਸਤਿਗੁਰਾਂ ਨੇ ਕਿਰਪਾ ਕਰਕੇ ਬਖਸ਼ ਦਿੱਤਾ ਹੈ। ਨਾਨਕ ਨਾਮ ਨ ਵੀਸਰੈ ਮਥ ਅੰਮ੍ਰਿਤ ਪੀਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੂੰ ਵਾਹਿਗੁਰੂ ਨਾਮ ਵਿਸਰਦਾ ਭੁੱਲਦਾ ਨਹੀਂ ਹੈ,
ਉਹਨਾਂ ਨੇ ਗੁਰ ਉਪਦੇਸ਼ ਰੂਪੀ ਦੁੱਧ ਆਪਣੇ ਅੰਤਸ਼ਕਰਨ ਰੂਪੀ ਚਾਟੀ ਵਿੱਚ ਪਾ ਕੇ ਵਿਵੇਕ ਰੂਪੀ ਮਧਾਣੀ ਦੁਆਰਾ ਮੱਥ ਰਿੜਕ ਕੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਨੂੰ ਪੀਣਾ ਕੀਤਾ ਹੈ। ਆਸਾ ਮਹੱਲਾ ਪਹਿਲਾ। ਚੱਲੇ ਚੱਲਣ ਹਾਰ ਵਾਟ ਵਟਾਇਆ। ਜੋ ਜੀਵ ਸਾਧ ਸੰਗਤ ਵੱਲੋਂ ਆਪਣਾ ਵਾਟ ਰਸਤਾ ਵਟਾਇਆ ਕਹੀਏ ਬਦਲ ਕੇ ਕੁਸੰਗਤ ਦੇ ਖੋਟੇ ਰਸਤੇ ਤੇ ਚੱਲਦੇ ਹਨ, ਉਹ 84 ਲੱਖ ਜੂਨਾਂ ਵਿੱਚ ਚੱਲਣ ਵਾਲੇ ਹੋ ਕੇ ਭੌਂਦੇ ਫਿਰਦੇ ਹਨ। ਧੰਦ ਪਿਟੇ ਸੰਸਾਰ ਸੱਚ ਨ ਪਾਇਆ। ਮਨਮੁਖ ਲੋਕ ਜਗਤ ਦੇ ਧੰਦਿਆਂ ਵਾਸਤੇ ਪਿੱਟਦੇ ਰਹਿੰਦੇ ਆ, ਕਿਉਂਕਿ ਉਹਨਾਂ ਨੂੰ ਪਰਮੇਸ਼ਰ ਦਾ ਸੱਚਾ ਨਾਮ ਜਪਣਾ ਭਾਇਆ ਚੰਗਾ ਨਹੀਂ ਲੱਗਦਾ। ਕਿਆ ਭਵੀਐ ਕਿਆ ਢੂਡੀਐ ਗੁਰ ਸ਼ਬਦ ਦਿਖਾਇਆ। ਹੇ ਭਾਈ, ਉਹਨਾਂ ਨੂੰ ਕੀ ਤੀਰਥਾਂ ਤੇ ਭਵੀਐ ਭ੍ਰਮਣ ਦੀ ਅਤੇ ਕੀ ਵਣਾ ਖੰਡਾਂ ਵਿੱਚ ਢੂਡੀਐ ਖੋਜਣ ਦੀ ਲੋੜ ਹੈ, ਜਿਨ੍ਹਾਂ ਨੂੰ ਸਤਿਗੁਰਾਂ ਨੇ ਸ਼ਬਦ ਉਪਦੇਸ਼ ਦੁਆਰਾ ਹਿਰਦੇ ਵਿੱਚ ਵਾਹਿਗੁਰੂ ਦਾ ਸਰੂਪ ਪ੍ਰਗਟ ਕਰਕੇ ਵਿਖਾ ਦਿੱਤਾ ਹੈ। ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾਉ। ਜਦੋਂ ਸਤਿਗੁਰਾਂ ਨੇ ਕਿਰਪਾ ਕਰਕੇ ਪਦਾਰਥਾਂ ਦੀ ਮਮਤਾ ਹੁੰਦੀ ਆਪਣਤ ਸਰੀਰਾਂ ਦਾ ਮੋਹ ਸਨੇਹ ਆਦ ਵਿਸਰਜਿਆ ਵਿਦਾ ਕਰ ਦਿੱਤਾ, ਤਾਂ ਅਸੀਂ ਆਪਣੇ ਤੁਰਿਆ ਪਦ ਰੂਪੀ ਘਰ ਵਿੱਚ ਆ ਗਏ, ਪਰਮੇਸ਼ਰ ਦੇ ਸਤ ਸੰਗਤ ਰੂਪੀ ਘਰ ਵਿੱਚ ਆ ਗਏ। ਜੋ ਮਹਾਤਮਾ ਜਨ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਜਪ ਕੇ ਆਪਣੇ ਤੁਰਿਆ ਪਦ ਰੂਪੀ ਘਰ ਵਿੱਚ ਆ ਕੇ ਸਥਿਤ ਹੋਏ ਹਨ, ਉਹਨਾਂ ਦੇ ਹਿਰਦੇ ਨੂੰ ਪਰਮੇਸ਼ਰ ਆਪਣਾ ਘਰ ਜਾਣ ਕੇ ਅੰਦਰ ਸਾਖਿਆਤ ਹੋ ਆਇਆ ਹੈ। ਸੱਚ ਮਿਲੈ ਸਚਿਆਰ ਕੂੜ ਨ ਪਾਈਐ। ਹੇ ਭਾਈ, ਜਿਹੜੇ ਸੱਚ ਦੀ ਕਮਾਈ ਕਰਨ ਵਾਲੇ ਹਨ, ਉਹਨਾਂ ਨੂੰ ਸੱਚਾ ਪਾਤਸ਼ਾਹ ਮਿਲ ਜਾਂਦਾ ਹੈ ਅਤੇ ਕੂੜ ਝੂਠੇ ਪੁਰਖਾਂ ਦੀ ਸੰਗਤ ਕਰਕੇ ਸੱਚ ਸਰੂਪ ਨੂੰ ਨਹੀਂ ਪਾਈਦਾ। ਜਿਨ੍ਹਾਂ ਨੂੰ ਗੁਰਾਂ ਦੁਆਰਾ ਸੱਚੇ ਦਾ ਸ਼ਰਵਣ ਪ੍ਰਾਪਤ ਹੁੰਦਾ ਹੈ, ਫਿਰ ਸੱਚੇ ਦਾ ਮੰਨਣ, ਫਿਰ ਸੱਚੇ ਦਾ ਨਿਧਿਆਸਨ ਪ੍ਰਾਪਤ ਹੋਇਆ, ਉਹ ਹੀ ਸੱਚ ਸਰੂਪ ਵਿੱਚ ਮਿਲਦੇ ਹਨ। ਸੱਚੇ ਸਿਓ ਚਿਤ ਲਾਏ ਬਹੁੜ ਨ ਆਈਐ। ਹੇ ਭਾਈ, ਜੇਕਰ ਸੱਚੇ ਵਾਹਿਗੁਰੂ ਦੇ ਨਾਲ ਚਿੱਤ ਬਿਰਤੀ ਹਿਰਦੇ ਦੀ ਲਿਵ ਨੂੰ ਲਾਉਣਾ ਕਰੀਏ ਤਾਂ ਬਹੁੜ ਫਿਰ ਮੁੜ ਕੇ 84 ਲੱਖ ਜੂਨਾਂ ਵਿੱਚ ਨਹੀਂ ਆਈਦਾ, ਭਾਵ ਸੰਸਾਰ ਸਮੁੰਦਰ ਤੋਂ ਮੁਕਤ ਹੋ ਜਾਈਦਾ ਹੈ। ਮੋਇਆ ਕਉ ਕਿਆ ਰੋਵੋ ਰੋਏ ਨ ਜਾਣਹੂ। ਹੇ ਭਾਈ, ਤੁਸੀਂ ਮਰਿਆਂ ਹੋਇਆਂ ਨੂੰ ਕੀ ਰੋਂਦੇ ਹੋ? ਉਹ ਤਾਂ ਤੁਹਾਡੇ ਰੋਣ ਨੂੰ ਜਾਣਦੇ ਹੀ ਨਹੀਂ ਹਨ, ਭਾਵ ਉਹ ਕੀ ਪਤਾ ਕਰਮਾਂ ਦੇ ਮਾਰੇ ਕਿਸ ਜੂਨ ਨੂੰ ਪ੍ਰਾਪਤ ਹੋਏ ਆ। ਰੋਵੋ ਸੱਚ ਸਲਾਹੇ ਹੁਕਮ ਪਛਾਣਹੂ। ਜੇ ਰੋਣਾ ਹੈ ਤਾਂ ਸੱਚ ਦੇ ਸੰਬੰਧ ਵਿੱਚ ਵਿਰਾਗ ਦਾ ਰੋਣਾ ਰੋਵੋ ਅਤੇ ਸੱਚੇ ਦੀ ਸਿਫਤ ਵਿੱਚ ਆਗਿਆ ਨੂੰ ਪਛਾਣਹੂ ਪਛਾਨਣਾ ਕਰੋ। ਜਦੋਂ ਭਾਣੇ ਵਿੱਚ ਚੱਲੋਗੇ ਫਿਰ ਪਛਾਣਹੂ ਹੂ ਨਾਮ ਨਿਸ਼ਚੇ ਕਰਕੇ ਸੱਚੇ ਦੀ ਸਿਫਤ ਹੋਵੇਗੀ ਅਤੇ ਹੁਕਮ ਨੂੰ ਪਛਾਨਣਾ ਕਰੋਗੇ। ਹੁਕਮੀ ਵਜਹੁ ਲਿਖਾਏ ਆਇਆ ਜਾਣੀਐ। ਸੰਸਾਰ ਦੇ ਸਾਰੇ ਜੀਵ ਪਰਮੇਸ਼ਰ ਦੀ ਰਜਾ ਅਨੁਸਾਰ ਪਰਾਲਬਧ ਰੂਪੀ ਵਜਹੁ ਰੋਜ਼ੀਨਾ ਰੋਜ਼ ਦਾ ਖਰਚਾ ਲਿਖਾ ਕਰਕੇ ਆਏ ਆ। ਇਹ ਜਾਣੀਦੇ ਆ ਕਿ ਕਿਤਨੀ ਉਮਰ ਭੋਗਣੀ ਹੈ, ਕਿਤਨਾ ਸੁੱਖ ਭੋਗਣਾ, ਕਿੰਨਾ ਦੁਨੀਆ ਵਿੱਚ ਜਸ ਪ੍ਰਾਪਤ ਹੋਣਾ, ਕਿੰਨਾ ਅਪ ਜਸ ਮਿਲਣਾ, ਉਹ ਜਾਣਿਆ ਜਾਂਦਾ। ਜੋ ਸਤ ਸੰਗਤ ਵਿੱਚ ਆਇਆ, ਜਿਹੜਾ ਪਰਮਾਰਥ ਦੇ ਰਸਤੇ ਵਿੱਚ ਆਇਆ ਹੈ, ਜਿਹੜਾ ਗੁਰਾਂ ਦੀ ਸ਼ਰਨ ਵਿੱਚ ਆਇਆ ਹੈ, ਉਸ ਦਾ ਆਉਣਾ ਮਨੁੱਖਾ ਜਨਮ ਵਿੱਚ ਧਨ ਜਾਣੀਏ ਜਾਣੀਦਾ ਹੈ। ਲਾਹਾ ਪੱਲੇ ਪਾਏ ਹੁਕਮ ਸਿਆਣੀਐ। ਜਿਹੜਾ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਦਾ ਆਪਣੇ ਹਿਰਦੇ ਰੂਪੀ ਪੱਲੇ ਲੜ ਵਿੱਚ ਲਾਹਾ ਲਾਭ ਪਾ ਲਵੇ, ਉਹ ਪਰਮੇਸ਼ਰ ਦੀ ਹੁਕਮ ਰਜਾ ਨੂੰ ਸਿਆਣੀਐ ਪਛਾਣਨ ਵਾਲਾ ਹੈ। ਹੁਕਮ ਦੁਆਰਾ ਹੁਕਮੀ ਨੂੰ ਸਿਆਣੀਐ ਪਛਾਣੀਦਾ ਹੈ। ਹੁਕਮੀ ਪੈਦਾ ਜਾਏ ਦਰਗਹਿ ਭਾਣੀਐ। ਜਿਨ੍ਹਾਂ ਨੂੰ ਪਰਮਾਤਮਾ ਦੇ ਹੁਕਮ ਮੰਨਣ ਕਰਕੇ ਜਸ ਭਗਤੀ ਰੂਪੀ ਸਿਰਪਾਓ ਪੈਦਾ ਕਹੀਏ ਪਹਿਨਾਇਆ ਜਾਂਦਾ ਹੈ,
ਉਹ ਦਰਗਹਿ ਸੱਚਖੰਡ ਵਿੱਚ ਭਾਣੀਏ ਭਾ ਜਾਂਦੇ ਆ। ਜੋ ਪਰਮੇਸ਼ਰ ਦੇ ਭਾਣੇ ਨੂੰ ਮੰਨਦੇ ਹਨ, ਉਹ ਤੁਰਿਆ ਪਦ ਰੂਪੀ ਜੋ ਦਰ ਅੰਦਰ ਗਹਿ ਜਗ੍ਹਾ ਹੈ, ਉਸ ਦੇ ਵਿੱਚ ਭਾਣੀਏ ਭਾ ਗਏ ਹਨ। ਹੁਕਮੇ ਹੀ ਸਿਰ ਮਾਰ ਬੰਦ ਰਬਾਣੀਐ। ਸੋ ਦੂਸਰਾ ਪਾਠ ਇਸ ਦਾ ਬੰਦਰ ਬਾਣੀਏ ਵੀ ਹੈ। ਸੋ ਜੋ ਇਹ ਪਾਠ ਹੈ ਉਹ ਬੰਦ ਰਬਾਣੀ ਹੈ। ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਬੰਦ ਰਬਾਣੀ ਹੈ। ਭਾਵ ਰੱਬ ਦੇ ਬੰਦੇ ਜਮਦੂਤ ਮਨੁੱਖਾਂ ਦੇ ਸਿਰ ਤੇ ਮਾਰ ਪਾਉਂਦੇ ਹਨ। ਮਨਮੁਖ ਭੈੜੇ ਕਰਮ ਕਰਨੇ ਕਰਕੇ ਬੰਦ ਰਬਾਣੀ ਹੈ। ਰੱਬ ਦੇ ਬੰਦੀਖਾਨੇ ਵਿੱਚ ਪਾਏ ਜਾਂਦੇ ਹਨ, ਭਾਵ ਜੇਲ੍ਹ ਵਿੱਚ ਪਾਏ ਜਾਂਦੇ, ਅਤੇ ਹੁਕਮ ਦੁਆਰਾ ਹੀ ਉਹਨਾਂ ਦੇ ਔਗਣਾ ਕਰਕੇ ਸਿਰਾਂ ਤੇ ਮਾਰਾਂ ਪੈਂਦੀਆਂ ਹਨ। ਲਾਹਾ ਸੱਚ ਨਿਆਉ ਮਨ ਵਸਾਈਐ, ਲਿਖਿਆ ਪੱਲੇ ਪਾਏ ਗਰਭ ਵੰਜਾਈਐ। ਹੇ ਭਾਈ, ਸੱਚੇ ਨਿਆਂ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਮਨ ਹਿਰਦੇ ਵਿੱਚ ਵਸਾਉਣਾ ਕਰੀਏ ਤਾਂ ਹੀ ਲਾਭ ਪ੍ਰਾਪਤ ਹੁੰਦਾ ਹੈ। ਮਨੁੱਖਾ ਜਨਮ ਦਾ ਇਹੋ ਹੀ ਲਾਭ ਹੈ ਕਿ ਮੁੱਖ ਦੁਆਰਾ ਸੱਚ ਤੇ ਨਿਆਂ ਇਨਸਾਫ ਵਾਲੀ ਗੱਲ ਕਰੀਏ ਅਤੇ ਹਿਰਦੇ ਵਿੱਚ ਸੱਚੇ ਨਾਮ ਨੂੰ ਵਸਾਉਣਾ ਕਰੀਏ। ਸੱਤ ਅਸੱਤ ਦਾ ਨਿਰਣਾ ਕਰਕੇ ਸੱਚੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਕਰੀਏ। ਇਹੋ ਸੱਚੇ ਦੀ ਪ੍ਰਾਪਤੀ ਦਾ ਲਾਭ ਪਾਈਦਾ ਹੈ। ਸੋ ਲਿਖਿਆ ਪੱਲੇ ਪਾਏ। ਸਤਿਗੁਰੂ ਫਰਮਾਉਂਦੇ ਹਨ ਕਿ ਜੋ ਵੀ ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਨੂੰ ਅੰਤਿਸ਼ਕਰਨ ਰੂਪੀ ਕਾਗਜ਼ ਦੇ ਉੱਤੇ ਲਿਖ ਲਿਆ, ਉਹਨਾਂ ਨੇ ਆਤਮਾ ਆਨੰਦ ਰੂਪੀ ਲਾਭ ਨੂੰ ਪੱਲੇ ਪਾਉਣਾ ਕੀਤਾ ਹੈ। ਉਹ ਦੇਹ ਦਾ ਹੰਕਾਰ ਨਹੀਂ ਕਰਦੇ, ਭਾਵ ਉਹਨਾਂ ਨੇ ਗਰਭ ਹੰਕਾਰ ਨੂੰ ਵਿਆਣੀਏ ਗਵਾ ਦਿੱਤਾ, ਨਾਸ ਕਰ ਦਿੱਤਾ ਹੈ। ਮਨ ਮੁਖੀਆ ਸਿਰ ਮਾਰ ਆਵਾਦ ਖਪਾਈਐ। ਮਨਮੁਖ ਜੀਵ ਰੂਪ ਇਸਤਰੀ ਦੇ ਸਿਰ ਉਤੇ ਹਰ ਵਕਤ ਕਾਮ, ਕ੍ਰੋਧ, ਲੋਭ, ਮੋਹ ਇਤਿਆਦਿ ਦੀ ਮਾਰ ਪੈਂਦੀ ਰਹਿੰਦੀ। ਜਮਦੂਤਾਂ ਦੀ ਸਿਰ ਤੇ ਮਾਰ ਪੈਂਦੀ ਹੈ। ਰਾਜ ਦੰਡ, ਲੋਕ ਦੰਡ ਆਦਿ ਬਣੇ ਰਹਿੰਦੇ, ਜਿਸ ਕਰਕੇ ਜੀਵ ਰੂਪ ਇਸਤਰੀ ਆਪਣੇ ਮਨੁੱਖਾ ਜਨਮ ਨੂੰ ਵਾਦ ਹੁੰਦਾ ਵਿਅਰਥ ਹੀ ਖਪਾਈਏ ਖਪਾ ਭਾਵ ਨਾਸ ਕਰਕੇ ਚਲੀ ਜਾਂਦੀ, ਭਾਵ ਨਿਸਫਲ ਹੀ ਝਗੜਿਆਂ ਵਿੱਚ ਪੈ ਕੇ ਗਵਾ ਜਾਂਦੀ। ਠੱਗ ਮੁੱਠੀ ਕੂੜਿਆਰ ਬੰਨ ਚਲਾਈਐ। ਝੂਠ ਬੋਲਣ ਵਾਲੀ ਜੀਵ ਰੂਪ ਇਸਤਰੀ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਸ਼ਬਦ, ਸਪਰਸ਼, ਰੂਪ, ਰਸ ਆਦਿ ਠੱਗਾਂ ਨੇ ਠੱਗੀ ਮਾਰ ਕੇ ਮੁੱਠੀ ਲੁੱਟ ਲਿਆ ਹੈ ਅਤੇ ਅੰਤ ਨੂੰ ਜਮਦੂਤ ਬੰਨ੍ਹ ਕੇ ਕੈਦ ਕਰਕੇ ਪਰਲੋਕ ਦੇ ਰਸਤੇ ਤੇ ਚਲਾਉਣਾ ਭਾਵ ਤੋਰਨਾ ਕਰਦੇ ਹਨ, ਜੂਨਾਂ ਵਿੱਚ ਚਲਾਉਂਦੇ ਹਨ। ਸਾਹਿਬ ਹਿਰਦੈ ਵਸਾਏ ਨ ਪਛੋਤਾਵਹੀ। ਹੇ ਭਾਈ, ਜੇ ਉਸ ਸਾਹਿਬ ਮਾਲਕ ਨੂੰ ਹਿਰਦੇ ਵਿੱਚ ਵਸਾਉਣਾ ਕਰੀਏ ਤਾਂ ਫਿਰ ਕਦੇ ਵੀ ਪਛਤਾਪ ਨਹੀਂ ਹੋਵੇਗਾ। ਗੁਨਹਾ ਬਖਸ਼ਣ ਹਾਰ ਸ਼ਬਦ ਕਮਾਵਹੀ। ਜਿਹੜੀ ਜੀਵ ਰੂਪ ਇਸਤਰੀ ਗੁਰਾਂ ਦੇ ਉਪਦੇਸ਼ ਨੂੰ ਕਮਾਉਂਦੀ ਹੈ, ਉਸ ਦੇ ਗੁਨਾਹਾਂ ਪਾਪਾਂ ਨੂੰ ਪਰਮੇਸ਼ਰ ਵਾਹਿਗੁਰੂ ਬਖਸ਼ਣਹਾਰ ਹੈ, ਬਖਸ਼ਣ ਵਾਲਾ ਹੈ। ਉਸ ਦੇ ਗੁਨਾਹ ਬਖਸ਼ੇ ਜਾਣਗੇ। ਜਿਹੜੀ ਔਗਣਾਂ ਨੂੰ ਛੱਡ ਕੇ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਕਮਾਈ ਕਰਦੀ ਹੈ। ਨਾਨਕ ਮੰਗੈ ਸੱਚ ਗੁਰਮੁਖ ਘਾਲੀਐ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਮਹਾਰਾਜ, ਅਸੀਂ ਆਪ ਜੀ ਦੇ ਸੱਚੇ ਨਾਮ ਨੂੰ ਮੰਗਦੇ ਹਾਂ। ਜਿਵੇਂ ਗੁਰਮੁਖ ਘਾਲੀਐ ਕਮਾਈ ਕਰਦੇ ਆ, ਇਉਂ ਅਸੀਂ ਵੀ ਗੁਰਾਂ ਦੁਆਰਾ ਤੇਰੇ ਸੱਚੇ ਨਾਮ ਦੀ ਹੀ ਘਾਲੀਐ ਕਮਾਈ ਕਰੀਏ। ਮੈਂ ਤੁਝ ਬਿਨ ਅਵਰ ਨ ਕੋਇ ਨਦਰ ਨਿਹਾਲੀਐ। ਹੇ ਮਹਾਰਾਜ, ਮੈਨੂੰ ਤਾਂ ਤੇਰੇ ਤੋਂ ਬਗੈਰ ਹੋਰ ਕੋਈ ਵੀ ਆਸਰਾ ਨਹੀਂ ਹੈ। ਸਾਡੇ ਤੇ ਕਿਰਪਾ ਨਦਰ ਦ੍ਰਿਸ਼ਟੀ ਕਰਕੇ ਨਿਹਾਲ ਕਰ ਦਿਓ। ਜਿਵੇਂ ਭਗਤਾਂ ਗੁਰਮੁਖਾਂ ਤੇ ਨਦਰ ਕਰਕੇ ਨਿਹਾਲ ਕਰਦੇ ਹੋ, ਇਵੇਂ ਦਿਵ ਦ੍ਰਿਸ਼ਟੀ ਵਾਲੀ ਨਦਰ ਕਰਕੇ ਸਾਡੇ ਵੱਲ ਵੀ ਨਿਹਾਲੀਏ ਤੱਕਣਾ ਕਰੋ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।